ਹੈਲੋ एवरीवन। ਹੁਣ ਅਸੀਂ ਗੱਲ ਕਰ ਰਹੇ ਹਾਂ ਬੀਐਡ ਫਸਟ ਈਅਰ ਦਾ ਜੋ ਸਾਡਾ ਟੀਚਿੰਗ ਸਬਜੈਕਟ ਹੈ ਟੀਚਿੰਗ ਆਫ ਪੰਜਾਬੀ, ਜਿਹਦੇ ਵਿੱਚ ਅਸੀਂ ਆਪਣੀ 4th ਯੂਨਿਟ ਸਟਾਰਟ ਕੀਤੀ ਹੋਈ ਹੈ। ਤਾਂ ਅਸੀਂ ਪ੍ਰੀਵੀਅਸ ਜਿਹੜੇ ਲੈਕਚਰ ਕੀਤੇ ਸੀ ਉਹਦੇ ਵਿੱਚ ਅਸੀਂ ਕਰਿਕੂਲਮ ਨੂੰ ਲੈ ਕੇ ਇੱਕ ਟੌਪਿਕ ਸਟਾਰਟ ਕੀਤਾ ਸੀਗਾ ਕਿ ਕਰਿਕੂਲਮ ਹੈ ਜਿਹੜੀ ਉਹ ਕੀ ਚੀਜ਼ ਹੁੰਦੀ ਆ, ਸਾਡੇ ਲਈ ਕਰਿਕੂਲਮ ਦੀ ਕਿਉਂ ਜ਼ਰੂਰਤ ਹੁੰਦੀ ਹੈ, ਨੀਡ ਐਂਡ ਇੰਪੋਰਟੈਂਸ ਦੀ ਜਿਹੜੀ ਗੱਲ ਕੀਤੀ ਸੀਗੀ ਅਸੀਂ ਕਰਿਕੂਲਮ 'ਚ। ਉਸ ਤੋਂ ਬਾਅਦ ਆਪਾਂ ਗੱਲ ਕੀਤੀ ਸੀ ਕੰਸਟਰਕਸ਼ਨ ਦੀ ਕਿ ਕਿਹੜੀਆਂ-ਕਿਹੜੀਆਂ ਗੱਲਾਂ ਜਾਂ ਕਿਹੜੇ-ਕਿਹੜੇ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਜਿਹੜਾ ਕਰਿਕੂਲਮ ਉਹਦੀ ਕੰਸਟਰਕਸ਼ਨ ਕੀਤੀ ਜਾਵੇ, ਕਰਿਕੂਲਮ ਬਣਾਇਆ ਜਾਵੇ। ਤੇ ਅੱਜ ਆਪਾਂ ਗੱਲ ਕਰਦੇ ਹਾਂ ਕ੍ਰਿਟੀਕਲ ਅਪਰੇਜ਼ਲ ਆਫ ਪੰਜਾਬੀ ਕਰਿਕੂਲਮ ਐਟ ਸੈਕੰਡਰੀ ਸਕੂਲ ਲੈਵਲ ਕਿ ਜਿਹੜੇ ਸੈਕੰਡਰੀ ਲੈਵਲ ਤੇ ਜਿਹੜੇ ਸੈਕੰਡਰੀ ਪੱਧਰ ਉੱਤੇ ਸਕੂਲਸ ਨੇ ਉਹਨਾਂ ਦੇ ਜਿਹੜੇ ਵਿਦਿਆਰਥੀ ਨੇ ਸੈਕੰਡਰੀ ਕਲਾਸਿਸ ਦੇ ਉਹਨਾਂ ਲਈ ਜਿਹੜਾ ਕਰਿਕੂਲਮ ਆ ਉਹ ਕਿਵੇਂ ਤਿਆਰ ਕੀਤਾ ਜਾਣਾ ਚਾਹੀਦਾ, ਕਿਹੜੀਆਂ-ਕਿਹੜੀਆਂ ਗੱਲਾਂ ਨੇ ਜਿਹੜੀਆਂ ਉਹਦੀਆਂ ਧਿਆਨ ਵਿੱਚ ਰੱਖਣਾ ਚਾਹੀਦੀਆਂ ਨੇ, ਕਿਹੜੀਆਂ ਜਿਹੜੀਆਂ ਘਾਟਾਂ ਹੈਗੀਆਂ ਨੇ ਜੋ ਕਰਿਕੂਲਮ ਆਲਰੇਡੀ ਚੱਲ ਰਿਹਾ ਜਾਂ ਜੋ ਕਰਿਕੂਲਮ ਬਣਾਇਆ ਜਾ ਰਿਹਾ ਸੈਕੰਡਰੀ ਲੈਵਲ ਤੇ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਘਾਟਾਂ ਨੇ, ਕਿਹੜੀਆਂ-ਕਿਹੜੀਆਂ ਜਿਹੜੇ ਉਹਦੇ ਨਿਵਾਰਨ ਨੇ, ਕਿਵੇਂ ਉਹ ਤੇ ਪ੍ਰੋਬਲਮ ਤੇ ਓਵਰਕਮ ਕੀਤਾ ਜਾ ਸਕਦਾ ਜਿਹੜੀਆਂ ਕਰਿਕੂਲਮ ਨੂੰ ਲੈ ਕੇ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਰਿਕੂਲਮ ਦੀ ਕਿ ਜਿਹੜਾ ਸੈਕੰਡਰੀ ਸਕੂਲ ਲੈਵਲ ਹੈ ਜਾਂ ਫਿਰ ਜਿਹੜਾ ਸੈਕੰਡਰੀ ਪੱਧਰ ਉੱਤੇ ਵਿਦਿਆਰਥੀ ਪੜ੍ਹਾਈ ਕਰਦੇ ਆ ਉਹਨਾਂ ਨੂੰ ਜਿਹੜਾ ਕਰਿਕੂਲਮ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ, ਕਰਿਕੂਲਮ ਦੇ ਜਿਹੜੇ ਉਦੇਸ਼ ਆ ਉਹ ਕੀ ਹੋਣੇ ਚਾਹੀਦੇ ਨੇ। ਜਿਵੇਂ ਵੀ ਆਪਾਂ ਗੱਲ ਕਰੀਏ ਸੈਕੰਡਰੀ ਪੱਧਰ ਤੇ ਆ ਕੇ ਜਿਹੜਾ ਕਰਿਕੂਲਮ ਇਸ ਤਰੀਕੇ ਦਾ ਹੋ ਜਾਣਾ ਚਾਹੀਦਾ ਵਿਦਿਆਰਥੀਆਂ ਲਈ ਕਿ ਉਹਨਾਂ ਦੀ ਜਿਹੜੀ ਤਰਕ ਕਰਨ ਦੀ ਸ਼ਕਤੀ ਹੈ, ਵਿਚਾਰਾਂ ਨੂੰ ਐਨਾਲਾਈਜ਼ ਕਰਨ ਦੀ ਜਿਹੜੀ ਸੋਚ ਉਹ ਵਿਕਸਿਤ ਹੋ ਜਾਣੀ ਚਾਹੀਦੀ ਹੈ। ਸੈਕੰਡਰੀ ਪੱਧਰ ਤੱਕ ਆਉਂਦੇ ਵਿਦਿਆਰਥੀਆਂ ਨੂੰ ਵਿਦਿਆਰਥੀ ਹਰ ਗੱਲ ਦਾ ਇੱਕ ਤਰਕਪੂਰਨ ਜਿਹੜਾ ਵਿਚਾਰ ਵਿਸ਼ਲੇਸ਼ਣ ਉਹ ਕਰਨ ਦੀ ਜਿਹੜੀ ਹਿੰਮਤ ਆ ਉਹਨਾਂ ਵਿੱਚ ਪੈਦਾ ਹੋ ਜਾਣੀ ਚਾਹੀਦੀ ਹੈ। ਜਿਵੇਂ ਕਿ ਬ੍ਰਹਮੰਡ, ਨਵੀਆਂ ਖੋਜਾਂ ਤੇ ਕਾਢਾਂ, ਸਿੱਖਿਆ ਨਾਲ ਸੰਬੰਧਿਤ ਅਗਵਾਈ, ਜੰਗਲੀ ਜੀਵਨ, ਰੋਮਾਂਚਿਕ ਘਟਨਾਵਾਂ, ਕੌਮੀ ਸਮੱਸਿਆਵਾਂ, ਕੌਮੀ ਇਤਿਹਾਸਿਕ ਸਮੱਸਿਆਵਾਂ, ਸੱਭਿਅਤਾ ਤੇ ਸੱਭਿਆਚਾਰ, ਰਾਜਨੀਤੀ, ਧਰਮ, ਵੱਖ-ਵੱਖ ਜਿਹੜੇ ਮਹਾਨ ਮਹਾਂਪੁਰਖ ਹੈ ਉਹਨਾਂ ਦੀਆਂ ਜੀਵਨੀਆਂ, ਸਵੈ ਜੀਵਨੀਆਂ, ਲੜਾਈਆਂ ਤੇ ਹਰ ਇੱਕ ਪ੍ਰਕਾਰ ਦੀਆਂ ਜਿਹੜੀਆਂ ਕਹਾਣੀਆਂ ਨੇ, ਚਾਹੇ ਹਾਸ ਰਸ ਲਈ ਨੇ ਚਾਹੇ ਉਹ ਸਾਡੀ ਸਾਇੰਸ ਨੂੰ ਲੈ ਕੇ ਨੇ, ਤਾਂ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਕਰਿਕੂਲਮ ਵਿੱਚ ਹੋਣੀਆਂ ਚਾਹੀਦੀਆਂ ਨੇ ਸੌਰੀ, ਤਾਂ ਜੋ ਅਸੀਂ ਵਿਦਿਆਰਥੀਆਂ ਨੂੰ ਜੋ ਅਸੀਂ ਸਿੱਖਿਆ ਦੇਣਾ ਚਾਹੁੰਦੇ ਹਾਂ, ਜੋ ਸਾਡੀ ਸਿੱਖਿਆ ਦੇ ਉਦੇਸ਼ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਪਿੱਛੇ ਉਹ ਉਦੇਸ਼ ਸਾਡੇ ਭਲੀ ਭਾਂਤ ਨਾਲ ਪੂਰੇ ਹੋ ਸਕਣ। ਜੇਕਰ ਆਪਾਂ ਗੱਲ ਕਰੀਏ ਕਿ ਜਿਹੜਾ ਅੱਜ ਦੇ ਟਾਈਮ ਵਿੱਚ ਜਿਹੜਾ ਕਰਿਕੂਲਮ ਬਣਿਆ ਹੋਇਆ ਸੈਕੰਡਰੀ ਸਕੂਲ ਲੈਵਲ ਤੇ, ਤਾਂ ਕੀ ਉਹ ਜਿਹੜਾ ਸਿਲੇਬਸ ਹੈਗਾ ਜਾਂ ਕੀ ਜਿਹੜਾ ਉਹ ਕਰਿਕੂਲਮ ਹੈਗਾ ਉਹ ਇਹ ਸਾਰੇ ਜਿਹੜੇ ਉਦੇਸ਼ ਨੇ ਉਹਨਾਂ ਨੂੰ ਪੂਰਾ ਕਰਦਾ ਹੈ? ਅਗਰ ਨਹੀਂ ਕਰਦਾ ਤਾਂ ਫਿਰ ਉਹਦੇ ਵਿੱਚ ਜਿਹੜੀਆਂ ਕਿਹੜੀਆਂ ਘਾਟਾਂ ਨੇ ਉਹ ਪਾਈਆਂ ਜਾਂਦੀਆਂ ਹਨ। ਤੇ ਜਿਵੇਂ ਆਪਾਂ ਗੱਲ ਕੀਤੀ ਕਿ ਪਾਠਕ੍ਰਮ ਵਿੱਚ ਸਾਇੰਸ ਦੇ ਰਿਲੇਟਡ, ਭੂਗੋਲ ਦੇ ਰਿਲੇਟਡ ਜਾਂ ਮਹਾਂਪੁਰਖਾਂ ਦੀਆਂ ਜੀਵਨੀਆਂ, ਨਵੀਆਂ ਕਾਢਾਂ, ਖੋਜਾਂ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਹੋਣੀਆਂ ਚਾਹੀਦੀਆਂ ਨੇ। ਇਸ ਪਾਠਕ੍ਰਮ ਵਿੱਚ ਬੱਚਿਆਂ ਨੂੰ ਜਿਹੜੀ ਉਹਨਾਂ ਦੀ ਸਬਜੈਕਟ ਦੀ ਸਿੱਖਿਆ ਮਤਲਬ ਜਿਹੜੀ ਵਿਸ਼ੇ ਦੀ ਸਿੱਖਿਆ ਦੇਣ ਦੇ ਨਾਲ ਨਾਲ ਉਹਨਾਂ ਦਾ ਜਿਹੜਾ ਨੈਤਿਕ ਵਿਕਾਸ ਹੈ, ਨੈਤਿਕ ਆਦਾਨ ਪ੍ਰਦਾਨ ਹੈ ਬੱਚਿਆਂ ਦਾ, ਉਹ ਵੀ ਜ਼ਰੂਰੀ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੂੰ ਜਿਹੜਾ ਸਿਹਤ ਸੰਬੰਧੀ ਸੁਧਾਰ ਲਈ ਵਾਸਤੇ ਉਹਨਾਂ ਨੂੰ ਖੇਡਾਂ ਦਾ ਵੀ ਜਿਹੜਾ ਇੱਕ ਭਾਗ ਉਹਦੇ ਵਿੱਚ ਕਰਿਕੂਲਮ ਦੇ ਹੋਣਾ ਚਾਹੀਦਾ। ਇਹਨਾਂ ਵਿਸ਼ਿਆਂ ਨੂੰ ਇਸ ਤਰ੍ਹਾਂ ਕੰਬਾਈਨ ਕਰਨਾ ਚਾਹੀਦਾ ਹੈ, ਮਤਲਬ ਇਹਨਾਂ ਵਿਸ਼ਿਆਂ ਨੂੰ ਇੱਕ ਦੂਸਰੇ ਦੇ ਕੋਰਿਲੇਟ ਰੱਖਣਾ ਚਾਹੀਦਾ ਗਾ, ਇਸ ਤਰੀਕੇ ਨਾਲ ਕੰਬਾਈਨ ਕੀਤਾ ਜਾਵੇ ਕਿ ਉਹ ਇੱਕ ਦੂਸਰੇ ਤੋਂ ਅੱਡ ਨਾ ਜਾਪਣ। ਇੱਕ ਵਿਸ਼ੇ ਦੇ ਵਿੱਚੋਂ ਦੂਸਰੇ ਵਿਸ਼ੇ ਬਾਰੇ ਕੋਈ ਗੱਲਾਂ ਜਿਹੜੀਆਂ ਨਿਕਲਦੀਆਂ ਰਹਿਣੀਆਂ ਚਾਹੀਦੀਆਂ ਨੇ, ਤਾਂ ਵਿਦਿਆਰਥੀਆਂ ਨੂੰ ਇਹ ਸਾਰਾ ਜਿਹੜਾ ਪਾਠ्यक्रम ਹੈ ਉਹ ਇੱਕ ਲੜੀਵਾਰ ਜਾਂ ਇੱਕ ਦੂਸਰੇ ਜਿਹੜੇ ਵਿਸ਼ੇ ਨਾਲ ਜੁੜਿਆ ਹੋਇਆ ਪ੍ਰਤੀਤ ਹੋਣਾ ਚਾਹੀਦਾ ਹੈ। ਤੇ ਦੂਸਰਾ ਬੱਚੇ ਦੀ ਜਿਹੜੀ ਭਾਸ਼ਾ ਸਿੱਖਿਆ ਹੈ ਉਹਦੇ ਵਿੱਚ ਜਿਹੜੀ ਰੁਚੀ ਹੈ ਇਹ ਬਣਾਈ ਰੱਖਦਾ, ਬੱਚੇ ਦੀ ਜਿਹੜੀ ਪੜ੍ਹਨ ਦੀ ਜਿਹੜੀ ਰੁਚੀ ਆ ਉਹ ਬਰਕਰਾਰ ਰਹਿੰਦੀ ਆ। ਹੁਣ ਆਪਾਂ ਗੱਲ ਕਰਦੇ ਹਾਂ ਅੱਜ ਦੇ ਸਮੇਂ ਦਾ ਜਿਹੜਾ ਪਾਠਕ੍ਰਮ ਹੈ ਜਾਂ ਕਰਿਕੂਲਮ ਹੈ ਕਿ ਇਹ ਸਾਰੇ ਉਦੇਸ਼ਾਂ ਨੂੰ ਪੂਰਾ ਕਰਦਾ ਹੈਗਾ। ਮੌਜੂਦਾ ਪੰਜਾਬੀ ਪਾਠਕ੍ਰਮ ਵਿੱਚ ਲਗਭਗ ਮਤਲਬ ਕਿ ਜਿੱਦਾਂ ਹੀ ਬਾਕੀ ਸਬਜੈਕਟਸ ਦੇ ਵਿੱਚ ਕੋਈ ਗੁਣ ਦੋਸ਼ ਪਾਏ ਜਾਂਦੇ ਨੇ, ਉਸੇ ਕਰਕੇ ਉਸੇ ਤਰ੍ਹਾਂ ਹੀ ਜਿਹੜਾ ਪੰਜਾਬੀ ਦਾ ਪਾਠਕ੍ਰਮ ਹੈ ਸਾਡਾ, ਅਸੀਂ ਗੱਲ ਕਰ ਰਹੇ ਹਾਂ ਪਾਰਟੀਕੂਲਰ ਪੰਜਾਬੀ ਦੇ ਪਾਠਕ੍ਰਮ ਦੀ, ਤਾਂ ਉਹ ਪੰਜਾਬੀ ਦੇ ਪਾਠਕ੍ਰਮ ਵਿੱਚ ਬਹੁਤ ਸਾਰੀਆਂ ਇਹੋ ਜਿਹੇ ਗੁਣ ਵੀ ਨੇ ਔਰ ਬਹੁਤ ਸਾਰੇ ਜਿਹੜੇ ਇਹਦੇ ਦੋਸ਼ ਵੀ ਨੇ। ਤਾਂ ਕਿਹੜੇ ਜਿਹੜੇ ਦੋਸ਼ ਨੇ ਉਹ ਇਹਦੇ ਵਿੱਚ ਪਾਏ ਜਾਂਦੇ ਨੇ, ਇਹਨਾਂ ਗੁਣਾਂ ਦੋਸ਼ਾਂ ਦਾ ਆਪਾਂ ਲੇਖਾ ਜੋਖਾ ਕਰਕੇ
ਆਪਾਂ ਇੱਕ ਸਿੱਟੇ ਕੱਢ ਸਕਦੇ ਹਾਂ ਕਿ ਜਿਹੜੇ ਕਿਹੜੇ ਇਹਦੇ ਵਿੱਚ ਜਿਹੜੇ ਦੋਸ਼ ਪਾਏ ਜਾਂਦੇ ਨੇ, ਜਿਹੜੀ ਜਾਂ ਫਿਰ ਘਾਟਾਂ ਪਾਈਆਂ ਜਾਂਦੀਆਂ ਨੇ, ਔਰ ਉਸ ਘਾਟਾਂ ਨੂੰ ਅਸੀਂ ਕਿਸ ਤਰੀਕੇ ਨਾਲ ਪੂਰਾ ਕਰ ਸਕਦੇ ਹਾਂ ਜਾਂ ਕਿਸ ਤਰੀਕੇ ਨਾਲ ਮਤਲਬ ਅਸੀਂ ਵਧੀਆ ਜਿਹੜਾ ਕਰਿਕੂਲਮ ਉਹ ਬੱਚਿਆਂ ਦੇ ਅੱਗੇ ਪੇਸ਼ ਕਰ ਸਕਦੇ ਹਾਂ। ਕਿਸੇ ਵੀ ਵਿਸ਼ੇ ਦਾ ਪਾਠ्यक्रम ਅਧਿਆਪਨ ਪ੍ਰਕਿਰਿਆ ਦੀ ਮਜ਼ਬੂਤ ਘੜੀ ਤੇ ਕੇਂਦਰ ਬਿੰਦੂ ਹੁੰਦਾ ਹੈ, ਕਿਉਂਕਿ ਬੱਚੇ ਦੀ ਜਿਹੜਾ ਸਿੱਖਣ ਦਾ ਤਰੀਕਾ ਹੁੰਦਾ, ਜਿਹੜਾ ਬੱਚੇ ਦੇ ਸਿਖਲਾਈ ਦਾ ਕੇਂਦਰ ਹੁੰਦਾ ਗਾ ਉਹ ਸਕੂਲ ਹੁੰਦਾ ਗਾ। ਸਕੂਲ ਵਿੱਚ ਜਿਹੜਾ ਪਾਠ्यक्रम ਦੇ ਰਿਲੇਟਿਡ ਜਿਹੜਾ ਸਭ ਕੁਝ ਬੱਚੇ ਨੂੰ ਸਿਖਾਇਆ ਜਾਂਦਾ ਹੈ। ਜਿਵੇਂ ਪਾਠ्यक्रम ਵਿੱਚ ਵਿਸ਼ਾ ਵਸਤੂ ਦਿੱਤਾ ਹੁੰਦਾ ਉਸੇ ਹੀ ਅੱਗੇ ਟੀਚਰ ਜਿਹੜੇ ਅਧਿਆਪਕ ਨੇ ਉਹਨਾਂ ਦੁਆਰਾ ਉਹ ਫੋਲੋ ਕੀਤਾ ਜਾਂਦਾ ਹੈਗਾ। ਇਸ ਲਈ ਪਾਠ्यक्रम ਦਾ ਹਰ ਤਰ੍ਹਾਂ ਨਾਲ ਸੰਪੂਰਨ ਤੇ ਮਜ਼ਬੂਤ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਦੇ ਨਾਲ ਅਸੀਂ ਬੱਚੇ ਦੀ ਜਿਹੜੀ ਵਧੀਆ ਇੱਕ ਕੁਆਲਿਟੀ ਦੀ ਸਿੱਖਿਆ ਵੀ ਦੇ ਸਕਦੇ ਹਾਂ। ਦੂਜਾ ਜਿਹੜਾ ਸਾਡਾ ਅਧਿਆਪਨ ਕਾਰਜ ਹੈ ਉਹਨੂੰ ਵੀ ਇੱਕ ਮਜ਼ਬੂਤ ਤੇ ਪ੍ਰਭਾਵਸ਼ਾਲੀ ਜਿਹੜੀ ਦਿਸ਼ਾ ਉਹ ਪ੍ਰਦਾਨ ਕਰ ਸਕਦੇ ਹਾਂ। ਤੇ ਸਕੂਲੀ ਵਿਸ਼ਿਆਂ ਵਿੱਚ ਜਿਹੜਾ ਦਰਜਾ ਸਾਡੇ ਪਾਠ्यक्रम ਨੂੰ ਹੋਣਾ ਚਾਹੀਦਾ ਹੈ, ਜਾਂ ਫਿਰ ਆਪਾਂ ਕਹਿ ਸਕੀਏ ਕਿ ਪੰਜਾਬੀ ਭਾਸ਼ਾ ਨੂੰ ਜਿਹੜਾ ਦਰਜਾ ਮਿਲਣਾ ਚਾਹੀਦਾ ਸੀ, ਉਹਦੇ ਪਾਠ्यक्रम ਨੂੰ ਜੋ ਦਰਜਾ ਮਿਲਣਾ ਚਾਹੀਦਾ ਸੀਗਾ, ਉਹ ਅਜੇ ਕਿਤੇ ਨਾ ਕਿਤੇ ਅਸਫਲ ਰਿਹਾ ਹੈ। ਇਹ ਪੂਰਨ ਤੌਰ ਤੇ ਸਫਲ ਨਹੀਂ ਹੋ ਪਾਇਆ। ਤਾਂ ਪੰਜਾਬੀ ਪਾਠ्यक्रम ਵਿੱਚ ਵਰਤਮਾਨ ਸਮੇਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਉਹਦੇ ਵਿੱਚ ਕੁਝ ਜਿਹੜੇ ਚੇਂਜਸ ਨੇ, ਜਿਹੜੇ ਸਮੇਂ ਦੇ ਅਨੁਕੂਲ ਪਰਿਵਰਤਨ ਕਰਨ ਦੀ ਜ਼ਰੂਰਤ, ਉਹਦੇ ਵਿੱਚ ਅਗਰ ਕੁਝ ਪਰਿਵਰਤਨ ਕੀਤੇ ਜਾਣ ਤਾਂ ਜਿਹੜਾ ਪੰਜਾਬੀ ਭਾਸ਼ਾ ਦਾ ਇੱਕ ਥਾਂ ਜਾਂ ਪੰਜਾਬੀ ਪਾਠ्यक्रम ਦਾ ਜਿਹੜਾ ਥਾਂ ਉਹਨੂੰ ਇੱਕ ਅਸੀਂ ਵਧੀਆ ਤਰੀਕੇ ਨਾਲ ਅਧਾ ਦਵਾ ਸਕਦੇ ਹਾਂ, ਉਹਨੂੰ ਇੱਕ ਮਜ਼ਬੂਤ ਜਿਹੜੀ ਕੜੀ ਉਹ ਬਣਾ ਸਕਦੇ ਹਾਂ। ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਕਿਹੜੇ ਦੋਸ਼ ਨੇ। ਆਪਾਂ ਡਿਫੈਕਟਸ ਦੀ ਗੱਲ ਕਰਦੇ ਹਾਂ, ਦੋਸ਼ਾਂ ਦੀ ਗੱਲ ਕਰਾਂਗੇ ਕਿ ਜਿਹੜਾ ਪੰਜਾਬੀ ਦਾ ਕਰਿਕੂਲਮ ਆ ਉਹਦੇ ਵਿੱਚ ਕਿਹੜੇ ਦੋਸ਼ ਪਾਏ ਜਾਂਦੇ ਹਨ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਪਾਠ्यक्रम ਹੈਗਾ ਵਾ ਉਹ ਉਦੇਸ਼ਾਂ ਦੀ ਪ੍ਰਾਪਤੀ ਕਰਨ ਵਿੱਚ ਪੂਰਨ ਰੂਪ ਤੇ ਸਫਲ ਨਹੀਂ ਹੈਗਾ। ਮਿੱਥੇ ਹੋਏ ਉਦੇਸ਼ਾਂ ਨੂੰ ਪੂਰਨ ਕਰਨ ਵਿੱਚ ਅਸਫਲ, ਮਿੱਥੇ ਗਏ ਉਦੇਸ਼ਾਂ ਨੂੰ ਪੂਰਨ ਕਰਨ ਵਿੱਚ ਅਸਫਲ। ਜਿਹੜਾ ਵਰਤਮਾਨ ਸਮੇਂ ਦਾ ਕਰਿਕੂਲਮ ਹੈ ਉਹ ਸਮੇਂ ਦੀ ਮੰਗ ਦੇ ਅਨੁਸਾਰ ਚੇਂਜ ਨਹੀਂ ਕੀਤਾ ਗਿਆ। ਜੋ ਸਾਡੀਆਂ ਸਿੱਖਿਆ ਦੇ ਉਦੇਸ਼ ਹੋਣੇ ਚਾਹੀਦੇ ਨੇ, ਜਾਂ ਫਿਰ ਆਪਾਂ ਜਿਹੜੇ ਸਿੱਖਿਆ ਦੇ ਉਦੇਸ਼ ਮੰਨ ਕੇ ਚੱਲਦੇ ਨੇ ਕਿ ਅਸੀਂ ਸਿੱਖਿਆ ਦੇ ਰਾਹੀਂ ਬੱਚਿਆਂ ਨੂੰ ਜਿਹੜੇ ਕਿਹੜੇ ਉਦੇਸ਼ਾਂ ਦੀ ਪੂਰਤੀ ਕਰਕੇ ਦੇਣੀ ਹੈ, ਤੇ ਸਾਡਾ ਜਿਹੜਾ ਅੱਜ ਦਾ ਕਰਿਕੂਲਮ ਆ ਇਹ ਇਹਨਾਂ ਸਭ ਉਦੇਸ਼ਾਂ ਨੂੰ ਪੂਰਨ ਕਰਨ ਵਿੱਚ, ਇੱਕ ਚੰਗੀ ਤਰ੍ਹਾਂ ਇੱਕ ਪੂਰਨ ਕਰਨ ਵਿੱਚ ਕਿਤੇ ਨਾ ਕਿਤੇ ਜਿਹੜਾ ਅਸਫਲ ਰਿਹਾ ਹੈ। ਇਹਦੀ ਸਫਲਤਾ ਉਦੋਂ ਹੀ ਸੰਭਵ ਹੋ ਸਕਦੀ ਹੈ ਪਾਠ्यक्रम ਦੀ ਜਦੋਂ ਕਿ ਮਿੱਥੇ ਹੋਏ ਉਦੇਸ਼ਾਂ ਦੀ ਇਹ ਪੂਰਤੀ ਕਰਦਾ ਹੋਵੇ। ਅੱਗੇ ਆਪਾਂ ਗੱਲ ਕਰਦੇ ਹਾਂ ਕਿੱਤਾ ਕਰਨ ਦੀ ਦ੍ਰਿਸ਼ਟੀ ਤੋਂ ਲਾਭਦਾਇਕ ਨਹੀਂ ਹੈ। ਕਿੱਤਾ ਕਰਨ ਦੀ ਜਿਹੜੀ ਪ੍ਰਵਿਰਤੀ ਹੋਣੀ ਚਾਹੀਦੀ ਹੈ ਕਿੱਤਾ ਕਰਨ ਦੀ, ਉਹਦੇ ਵਿੱਚ ਕੀ ਆ ਇਹ ਲਾਭਦਾਇਕ ਨਹੀਂ ਹੈ। ਕਿੱਤਾ ਕਰਨ ਦੀ ਦ੍ਰਿਸ਼ਟੀ ਤੋਂ ਲਾਭਦਾਇਕ ਨਹੀਂ। ਤਾਂ ਹਰ ਇੱਕ ਜਿਹੜੀ ਅੱਜ ਦੇ ਸਮੇਂ ਦੀ ਮੰਗ ਹੈ ਕਿ ਜਿਹੜੀ ਕਿੱਤਾਕਾਰੀ ਜਿਹੜੀ ਸਿੱਖਿਆ ਉਹ ਬੱਚੇ ਨੂੰ ਮਿਲਣੀ ਚਾਹੀਦੀ ਹੈ। ਤਾਂ ਪਰ ਜਿਹੜਾ ਵਰਤਮਾਨ ਸਮੇਂ ਵਿੱਚ ਜਿਹੜਾ ਸੈਕੰਡਰੀ ਲੈਵਲ ਤੇ ਇੱਕ ਆਪਾਂ ਭਾਸ਼ਾ ਜਾਂ ਪੰਜਾਬੀ ਭਾਸ਼ਾ ਦਾ ਪਾਠ्यक्रम ਕਹਿ ਲਈਏ, ਉਹਦੇ ਵਿੱਚ ਇੰਨੀ ਕਪੈਸਿਟੀ ਨਹੀਂ ਹੈਗੀ ਜਾਂ ਉਹ ਇਸ ਰੂਪ ਵਿੱਚ ਸਫਲ ਨਹੀਂ ਹੈ ਕਿ ਉਹ ਕਿੱਤਾ ਕਰਨ ਦੀ ਦ੍ਰਿਸ਼ਟੀ ਤੋਂ ਲਾਭਦਾਇਕ ਬਣ ਸਕੇ। ਤਾਂ ਸਾਨੂੰ ਸਮੇਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਦੇ ਵਿੱਚ ਜਿਹੜੇ ਲੋੜੀਂਦੇ ਪਰਿਵਰਤਨ ਕਰਨ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਕਿੱਤਾ ਕਰਨ ਦੀ ਦ੍ਰਿਸ਼ਟੀ ਤੋਂ ਉਹਨੂੰ ਲਾਭਦਾਇਕ ਬਣਾ ਸਕੀਏ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਲਿਖਤ ਪ੍ਰੀਖਿਆ ਹੈ ਉਹ ਸਫਲਤਾ ਦਾ ਮਾਪਦੰਡ ਮੰਨੀ ਜਾਂਦੀ ਹੈ। ਜਿਹੜੀ ਇਹਦੇ ਵਿੱਚ ਹੋਰ ਘਾਟ ਹੈਗੀ ਉਹ ਹੈ ਲਿਖਤ ਪ੍ਰੀਖਿਆ। ਸਾਡੇ ਸਿੱਖਿਆ ਦੇ ਸਿਸਟਮ ਵਿੱਚ ਜਿਹੜੀ ਲਿਖਤ ਪ੍ਰੀਖਿਆ ਹੈ ਉਹਨੂੰ ਕੀ ਮੰਨਿਆ ਜਾਂਦਾ ਹੈ, ਇੱਕ ਬੇਸ ਮੰਨਿਆ ਜਾਂਦਾ ਹੈ। ਉਹਦੇ ਜ਼ਰੀਏ ਬੱਚੇ ਦਾ ਜਿਹੜਾ ਮੁਲਾਂਕਣ ਉਹ ਕੀਤਾ ਜਾਂਦਾ ਹੈ। ਬੱਚੇ ਦੇ ਪੇਪਰ ਲੈ ਕੇ ਲਿਖਤੀ ਰੂਪ ਵਿੱਚ ਜਿਹੜੇ ਪੇਪਰ ਲੈ ਕੇ ਡਿਸਾਈਡ ਕੀਤਾ ਜਾਂਦਾ ਹੈ ਕਿ ਬੱਚੇ ਨੇ ਜਿਹੜੀ ਸਿੱਖਿਆ ਦੇ ਉਦੇਸ਼ ਨੇ, ਜੋ ਸਾਡਾ ਉਹਨੂੰ ਸਿੱਖਿਆ ਦੇਣ ਦਾ ਮਕਸਦ ਸੀਗਾ, ਉਹ ਜਿਹੜੇ ਉਦੇਸ਼ ਸੀ ਉਹ ਕਿਸ ਹੱਦ ਤੱਕ ਪੂਰੇ ਕੀਤੇ ਨੇ। ਉਹਦੀ ਸਫਲਤਾ ਜਾਂ ਅਸਫਲਤਾ ਦਾ ਜਿਹੜਾ ਸਿਰਾ ਉਹ ਲਿਖਤ ਪ੍ਰੀਖਿਆ ਵੱਲ ਜਾਂਦਾ ਹੈ, ਜਿਹਦੇ ਕਰਕੇ ਜਿਹੜੀ ਸਾਡੀ ਆਪਾਂ ਕਹਿ ਲਈਏ ਸਪੀਕਿੰਗ ਕਹਿ ਲਈਏ ਜਾਂ ਭਾਸ਼ਾ ਦਾ ਜਿਹੜਾ ਮੌਖਿਕ ਰੂਪ ਹੈ
ਉਹ ਕਿਤੇ ਨਾ ਕਿਤੇ ਪਿਛੜ ਜਾਂਦਾ, ਕਿਉਂਕਿ ਮੌਖਿਕ ਰੂਪ ਦਾ ਜਿਹੜਾ ਪੇਪਰ ਉਹ ਨਹੀਂ ਲੈਤਾ ਜਾਂਦਾ। ਬਹੁਤ ਘੱਟ ਜਿਹੜੀ ਉਹਨੂੰ ਤਰਜੀਹ ਦਿੱਤੀ ਜਾਂਦੀ ਹੈ ਮੌਖਿਕ ਰੂਪ ਨੂੰ ਭਾਸ਼ਾ ਦੇ ਵਿੱਚ, ਜਿਹਦੀ ਵਜ੍ਹਾ ਨਾਲ ਕੀ ਹੁੰਦਾ ਗਾ, ਜਿਹੜਾ ਉਚਾਰਨ ਸਵੈ ਪ੍ਰਗਟਾਵੇ ਦਾ ਸਾਧਨ ਹੁੰਦਾ ਗਾ, ਤੇ ਜਿਹੜਾ ਬੱਚੇ ਦਾ ਸਵੈ ਪ੍ਰਗਟਾਵੇ ਕਰਨ ਦਾ ਤਰੀਕਾ ਹੈਗਾ ਗਾ, ਜਾਂ ਉਹਨੂੰ ਜਿਹੜੀ ਸਪੀਕਿੰਗ ਕਰਨੀ ਆ, ਜਿਹੜਾ ਮੌਖਿਕ ਪ੍ਰਗਟਾ ਕਰਨਾ, ਤਾਂ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਤਰੁੱਟੀਆਂ ਪਾਈਆਂ ਜਾਂਦੀਆਂ ਨੇ, ਫਿਰ ਬਹੁਤ ਸਾਰੀਆਂ ਜਿਹੜੀਆਂ ਉਹਦੇ ਵਿੱਚ ਕਮੀਆਂ ਰਹਿ ਜਾਂਦੀਆਂ ਨੇ, ਜਿਹਦੀ ਵਜ੍ਹਾ ਕਰਕੇ ਕੀ ਹੁੰਦਾ, ਜਿਹੜੀਆਂ ਭਾਸ਼ਾ ਦੇ ਕੌਸ਼ਲ ਹੁੰਦੇ ਨੇ, ਤਾਂ ਕੋਈ ਕੌਸ਼ਲ ਭਾਸ਼ਾ ਦਾ ਉਸਦਾ ਬਹੁਤ ਚੰਗੇ ਤਰੀਕੇ ਨਾਲ ਵਿਕਸਿਤ ਹੋ ਜਾਂਦਾ ਤੇ ਵਿੱਚੋਂ ਕੋਈ ਕੌਸ਼ਲ ਜਿਹੜਾ ਉਹਦਾ ਉਹ ਅੱਧਾ ਅਧੂਰਾ ਹੀ ਰਹਿ ਜਾਂਦਾ, ਤੇ ਉਹਨੂੰ ਜਿਹੜੀ ਇੱਕ ਪਾਠ ਕਰਨ ਵਿੱਚ ਹਰ ਇੱਕ ਜਿਹੜੇ ਕੌਸ਼ਲ ਨੂੰ ਬਣਦੀ ਜਾਂ ਲੋੜੀਂਦੀ ਥਾਂ ਮਿਲਣੀ ਚਾਹੀਦੀ ਉਹ ਨਹੀਂ ਮਿਲ ਰਹੀ। ਔਰ ਇਹਦੇ ਪਿੱਛੇ ਜਿਹੜਾ ਮੇਨ ਕਾਰਨ ਹੈਗਾ ਉਹ ਲਿਖਤ ਪ੍ਰੀਖਿਆ ਹੈ, ਕਿਉਂਕਿ ਇੱਥੇ ਜਿਹੜਾ ਆਪਣਾ ਮੌਖਿਕ ਪ੍ਰਗਟਾਅ ਤੇ ਬਹੁਤ ਘੱਟ ਜ਼ੋਰ ਦਿੱਤਾ ਜਾਂਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਲੋਕਤੰਤਰਕ ਗੁਣਾਂ ਨੂੰ ਵਿਕਸਿਤ ਕਰਨ ਵਿੱਚ ਅਸਫਲ ਜਾਂ ਅਸਮਰਥ। ਬੱਚਿਆਂ ਵਿੱਚ ਲੋਕਤੰਤਰ ਗੁਣਾਂ ਦਾ ਵਿਕਾਸ ਕਰਨ ਵਿੱਚ ਅਸਮਰਥ। ਕਿ ਜਿਹੜਾ ਅੱਜ ਦਾ ਪਾਠਕ੍ਰਮ ਹੈ ਇਹ ਬੱਚਿਆਂ ਵਿੱਚ ਜਿਹੜਾ ਲੋਕਤੰਤਰਿਕ ਜਿਹੜੇ ਗੁਣਾਂ ਦਾ ਵਿਕਾਸ ਕਰਨ ਵਿੱਚ ਅਸਮਰਥ ਮੰਨਿਆ ਜਾਂਦਾ ਹੈ, ਜਿਹਦਾ ਮੇਨ ਰੀਜ਼ਨ ਕੀ ਹੁੰਦਾ ਗਾ ਕਿ ਆਪਾਂ ਜਿਵੇਂ ਪਹਿਲਾਂ ਲਿਖਤ ਪ੍ਰੀਖਿਆ 'ਚ ਗੱਲ ਕੀਤੀ ਸੀਗੀ ਕਿ ਜਿਹੜਾ ਬੱਚੇ ਦਾ ਬੋਲਣ ਦਾ ਤਰੀਕਾ ਹੈ ਜਾਂ ਸਵੈ ਪ੍ਰਗਟਾਅ ਦਾ ਜਿਹੜਾ ਸਾਧਨ ਹੈ ਮੌਖਿਕ ਭਾਸ਼ਾ, ਉਹਦੇ ਉੱਤੇ ਜ਼ੋਰ ਘੱਟ ਦਿੱਤਾ ਜਾਂਦਾ ਹੈ। ਜਦੋਂ ਹੁਣ ਅਸੀਂ ਆਪਣੀ ਜਿਹੜੀ ਮੰਗ ਹੈ ਜਾਂ ਫਿਰ ਆਪਣੇ ਵਿਚਾਰ ਹੈ ਉਹ ਬੋਲ ਕੇ ਦੂਸਰਿਆਂ ਸਾਹਮਣੇ ਨਹੀਂ ਰੱਖਾਂਗੇ ਤਾਂ ਸਾਡਾ ਕੀ ਹੈ, ਜਿਹੜਾ ਲੋਕਤੰਤਰਿਕ ਗੁਣਾਂ ਦਾ ਜਿਹੜਾ ਵਿਕਾਸ ਹੋਣਾ ਚਾਹੀਦਾ ਉਹ ਨਹੀਂ ਹੁੰਦਾ। ਲੋਕਤੰਤਰ ਦਾ ਮਤਲਬ, ਗੁਣਾਂ ਦਾ ਕੀ ਮਤਲਬ ਹੁੰਦਾ ਕਿ ਅਸੀਂ ਜਿਹੜੇ ਆਪਣੀ ਮੰਗ ਹੈ, ਜਿਹੜੇ ਸਾਡੇ ਵਿਚਾਰ ਅਸੀਂ ਦੂਸਰੇ ਅੱਗੇ ਖੁੱਲ੍ਹ ਕੇ ਰੱਖ ਸਕਦੇ ਹਾਂ, ਪਰ ਮੌਖਿਕ ਪ੍ਰਗਟਾਅ ਕੌਸ਼ਲ ਦੀ ਪ੍ਰੈਕਟਿਸ ਦੀ ਘਾਟ ਦੇ ਕਾਰਨ ਜਿਹੜਾ ਲੋਕਾਂ ਵਿੱਚ ਇੱਕ ਜਿਹੜੇ ਲੋਕਤੰਤਰਿਕ ਗੁਣ ਨੇ ਉਹਨਾਂ ਦਾ ਜਿਹੜਾ ਵਿਕਾਸ ਉਹ ਘੱਟ ਰਹਿੰਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਸਮਾਜਿਕ ਸਾਹਿਤ ਤੇ ਸੰਸਕ੍ਰਿਤਿਕ ਗਤੀਵਿਧੀਆਂ ਦਾ ਸਪਸ਼ਟ ਉਲੇਖ ਨਹੀਂ ਕਰਦਾ, ਇਹ ਸਪਸ਼ਟ ਤੌਰ ਤੇ ਉਹਨਾਂ ਨੂੰ ਉਜਾਗਰ ਨਹੀਂ ਕਰਦਾ। ਸਮਾਜਿਕ ਸੰਸਕ੍ਰਿਤਿਕ ਤੇ ਸਾਹਿਤਿਕ ਅਤੇ ਸੰਸਕ੍ਰਿਤਿਕ ਗਤੀਵਿਧੀਆਂ ਦਾ ਉਲੇਖ ਨਹੀਂ ਕਰਦਾ। ਤਾਂ ਜਿਹੜਾ ਸਾਡਾ ਸੈਕੰਡਰੀ ਲੈਵਲ ਤੇ ਜੋ ਪਾਠਕ੍ਰਮ ਹੈਗਾ ਗਾ, ਜਿੰਨੇ ਵਧੀਆ ਤਰੀਕੇ ਨਾਲ ਉਹਨਾਂ ਦਾ ਸਮਾਜਿਕ ਜੀਵਨ ਨਾਲ ਨੇੜਤਾ ਹੋਣੀ ਚਾਹੀਦੀ ਹੈ, ਤੇ ਸਾਡੇ ਜਿਹੜੇ ਪਾਠਕ੍ਰਮ ਵਿੱਚ ਸਮਾਜਿਕ ਜੀਵਨ ਨਾਲ ਉਨੀ ਨੇੜਤਾ ਨਹੀਂ, ਜਿਹਦਾ ਕਾਰਨ ਹੈ, ਜਿਹਦਾ ਫਿਰ ਅੱਗੇ ਜਾ ਕੇ ਕਾਰਨ ਬਣਦਾ ਕਿ ਬੱਚੇ ਦਾ ਜਿਹੜਾ ਸਮਾਜਿਕ ਸਾਹਿਤਕ ਜਿਹੜਾ ਸੰਸਕ੍ਰਿਤਿਕ ਗਤੀਵਿਧੀਆਂ ਹੁੰਦੀਆਂ ਨੇ ਉਹਨਾਂ ਨਾਲ ਜਿਹੜਾ ਉਹਦਾ ਸੰਬੰਧ ਹੋਣਾ ਚਾਹੀਦਾ ਹੈ, ਜਿਹੜਾ ਫਿਰ ਉਹਨਾਂ ਦਾ ਗਿਆਨ ਬੱਚੇ ਦਾ ਹੋਣਾ ਚਾਹੀਦਾ, ਤੇ ਉਹ ਗਿਆਨ ਕਿਤੇ ਨਾ ਕਿਤੇ ਬੱਚੇ ਨੂੰ ਨਹੀਂ ਮਿਲ ਪਾਉਂਦਾ, ਜਿਹਦੇ ਕਰਕੇ ਜਿਹੜਾ ਸੰਸਕ੍ਰਿਤੀ ਹੁੰਦੀ ਆ, ਜਿਹੜੀ ਇੱਕ ਸੱਭਿਅਤਾ ਹੁੰਦੀ ਆ, ਉਹਦੀ ਜਿਹੜੀ ਜਾਣਕਾਰੀ ਹੈ ਬੱਚੇ ਦੇ ਨਜ਼ਰਾਂ 'ਚ ਜਿਹੜੀ ਹੈਗੀ ਉਹ ਉਨੀ ਮਜ਼ਬੂਤ ਨਹੀਂ ਹੋ ਪਾਉਂਦੀ ਜਿੰਨੀ ਕਿ ਹੋਣੀ ਚਾਹੀਦੀ ਹੈ। ਜਦ ਕਿਸੇ ਬੰਦੇ ਨੂੰ ਆਪਣਾ ਸਾਹਿਤ, ਆਪਣੀ ਸੰਸਕ੍ਰਿਤੀ, ਆਪਣੇ ਸੱਭਿਅਤਾ ਬਾਰੇ ਜਾਣਕਾਰੀ ਨਹੀਂ ਮਿਲਦੀ, ਲੋੜੀਂਦੀ ਜਾਣਕਾਰੀ ਨਹੀਂ ਮਿਲ ਪਾਉਂਦੀ, ਤਾਂ ਉਹਦੀ ਜਿਹੜੀ ਨਜ਼ਰ 'ਚ ਜਾਂ ਫਿਰ ਆਪਾਂ ਕਹਿ ਲਈਏ ਜਿਹੜਾ ਉਹਦਾ ਲਗਾਵ ਹੁੰਦਾ ਵਾ ਉਹ ਕਿਸੇ ਸੰਸਕ੍ਰਿਤੀ ਜਾਂ ਫਿਰ ਸੱਭਿਅਤਾ ਨਾਲੋਂ ਜਿਹੜਾ ਘਟਣਾ ਸਟਾਰਟ ਹੋ ਜਾਂਦਾ ਹੈ, ਜਿਹਦਾ ਹਮੇਸ਼ਾ ਕਿਸ ਚੀਜ਼ ਨੂੰ ਕਿਸੇ ਸੱਭਿਅਤਾ ਜਾਂ ਫਿਰ ਸੰਸਕ੍ਰਿਤੀ ਲਈ ਹਮੇਸ਼ਾ ਖਤਰਾ ਮੰਨਿਆ ਜਾਂਦਾ ਹੈ। ਤਾਂ ਇਸ ਕਰਕੇ ਪੰਜਾਬੀ ਜਿਹੜਾ ਸਾਡਾ ਪਾਠਕ੍ਰਮ ਹੈ ਸੈਕੰਡਰੀ ਲੈਵਲ ਤੇ, ਤਾਂ ਉਹਦੇ ਵਿੱਚ ਸਮਾਜਿਕ ਜੀਵਨ ਨਾਲ ਬਹੁਤ ਨੇੜਤਾ ਜਿਹੜੀ ਹੋਣੀ ਚਾਹੀਦੀ ਹੈ, ਤਾਂ ਕਿ ਵਿਦਿਆਰਥੀਆਂ ਨੂੰ ਆਪਣੇ ਸਾਹਿਤਿਕ, ਆਪਣੇ ਸੰਸਕ੍ਰਿਤੀ ਬਾਰੇ ਜਿਹੜੀ ਜਾਣਕਾਰੀ ਹੈ ਉਹ ਪ੍ਰੋਪਰ ਰੂਪ ਵਿੱਚ ਬਣੀ ਰਹੇ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਜਿਹੜਾ ਪਾਠਕ੍ਰਮ ਹੈ ਉਹਨੂੰ ਭਾਸ਼ਾਈ ਕੌਸ਼ਲਾਂ ਦੇ ਨਾਲ ਨਾਲ ਵਿਕਾਸ ਕਰਨ ਦੇ ਨਾਲ ਨਾਲ ਜਿਹੜਾ
ਸੱਭਿਅਤਾ ਔਰ ਸੰਸਕ੍ਰਿਤੀ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਇਹਦਾ ਮਕਸਦ ਸਿਰਫ ਕੌਸ਼ਲਾਂ ਨੂੰ ਵਿਕਸਿਤ ਕਰਨਾ ਹੀ ਨਹੀਂ ਹੈ। ਕੌਸ਼ਲਾਂ ਨੂੰ ਤਾਂ ਹਰ ਇੱਕ ਮਤਲਬ ਭਾਸ਼ਾ ਵਿੱਚ ਅਗਰ ਕੋਈ ਵੀ ਭਾਸ਼ਾ ਹੈਗੀ ਆਪਾਂ ਸਿੱਖਦੇ ਹਾਂ ਤਾਂ ਉਹਦੇ ਵਿੱਚ ਮੇਨ ਜਿਹੜਾ ਫੋਕਸ ਹੈ ਉਹ ਕੌਸ਼ਲਾਂ ਤੇ ਰੱਖਿਆ ਜਾਂਦਾ ਗਾ। ਆਪਣੇ ਜਿਹੜੇ ਬੇਸਿਕ 4 ਕੌਸ਼ਲ ਨੇ, ਸੁਣਨ ਸਮਝਣ ਦਾ ਕੌਸ਼ਲ, ਬੋਲਣ ਦਾ ਕੌਸ਼ਲ, ਪੜ੍ਹਨ ਦਾ ਕੌਸ਼ਲ ਤੇ ਲਿਖਣ ਦਾ ਕੌਸ਼ਲ, ਇਹਨਾਂ ਕੌਸ਼ਲਾਂ ਦੇ ਨਾਲ ਨਾਲ ਸਾਨੂੰ ਜਿਹੜਾ ਸਾਡੀ ਸੰਸਕ੍ਰਿਤੀ, ਸਾਡਾ ਜਿਹੜਾ ਸਾਹਿਤ ਹੈ, ਸਾਡੀ ਜਿਹੜੀ ਸੱਭਿਅਤਾ ਹੈ ਉਹਦੀ ਵੀ ਜਾਣਕਾਰੀ ਹੈ ਜਿਹੜੀ ਬੱਚਿਆਂ ਨੂੰ ਸਮੇਂ ਸਿਰ ਦਿੰਦੇ ਰਹਿਣਾ ਚਾਹੀਦਾ ਹੈ, ਤਾਂ ਕਿ ਜਿਹੜਾ ਸਾਡਾ ਪਾਠਕ੍ਰਮ ਹੈ ਉਹ ਸਮੇਂ ਦੇ ਅਨੁਸਾਰ ਬੱਚਿਆਂ ਨੂੰ ਚਲਾ ਸਕੇ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਇਸ ਵਿੱਚ ਜਿਹੜੀ ਕੇਵਲ ਭਾਸ਼ਾ ਤੱਥਾਂ ਨੂੰ ਸਿਖਾਉਣ ਉੱਤੇ ਨਾ ਜ਼ੋਰ ਦਿੱਤਾ ਜਾਵੇ, ਤਾਂ ਕਿ ਵਿਦਿਆਰਥੀ ਭਾਸ਼ਾ ਤੱਥਾਂ ਨੂੰ ਸਿੱਖਣ ਦੇ ਨਾਲ ਨਾਲ ਜਿਹੜੀ ਹੋਰ ਵੀ ਸਾਡੀ ਸੱਭਿਅਤਾ, ਸੰਸਕ੍ਰਿਤੀ ਹੈ, ਸਾਡਾ ਜਿਹੜਾ ਸਮਾਜਿਕ ਵਾਤਾਵਰਣ ਹੈ ਉਹਦੀ ਵੀ ਲੋੜੀਂਦੀ ਜਾਣਕਾਰੀ ਉਹ ਰੱਖ ਸਕਣ। ਅੱਗੇ ਆਪਾਂ ਗੱਲ ਕਰਦੇ ਹਾਂ ਵਿਸ਼ਵ ਪ੍ਰਾਪਤੀਵਾਦ ਤੇ ਜਿਹੜਾ ਏਕਤਾ ਹੈ ਉਹਦਾ ਵਿਕਾਸ ਕਰਨ ਵਿੱਚ ਪੂਰਨ ਤੌਰ ਤੇ ਸਫਲ ਨਹੀਂ ਹੋ ਪਾਉਂਦਾ। ਜਿਹੜਾ ਵਿਸ਼ਵ ਪ੍ਰਾਪਤੀ ਭਾਵ ਹੈ ਤੇ ਜਿਹੜਾ ਰਾਸ਼ਟਰੀ ਏਕਤਾ ਦਾ ਵਿਕਾਸ ਹੈ ਉਹ ਬਹੁਤ ਮੰਨਿਆ ਜਾਂਦਾ ਹੈ ਕਿ ਕਿਸੇ ਭਾਸ਼ਾ ਦੇ ਰਾਹੀਂ ਵੀ ਅਸੀਂ ਇੱਕ ਵਿਸ਼ਵ ਵਿੱਚ ਜਿਹੜਾ ਪ੍ਰਾਪਤੀ ਭਾਵ ਹੈ, ਜਿਹੜਾ ਬ੍ਰਦਰਹੁੱਡ ਦੀ ਜਿਹੜੀ ਇੱਕ ਫੀਲਿੰਗਸ ਹੈ ਉਹ ਆਪਾਂ ਭਾਸ਼ਾ ਦੇ ਰਾਹੀਂ ਵੀ ਕਰ ਸਕਦੇ ਹਾਂ। ਤੇ ਸਾਨੂੰ ਭਾਸ਼ਾ ਵਿੱਚ ਲੋੜੀਂਦੇ ਜਿਹੜੇ ਪਰਿਵਰਤਨ ਨੇ ਉਹ ਸਮੇਂ ਦੇ ਅਨੁਸਾਰ ਲਿਆਉਣੇ ਚਾਹੀਦੇ ਨੇ, ਤਾਂ ਕਿ ਜਿਹੜਾ ਅਸੀਂ ਰਾਸ਼ਟਰੀ ਏਕਤਾ ਤੇ ਵਿਸ਼ਵ ਪ੍ਰਾਪਤੀ ਭਾਵ ਦਾ ਇੱਕ ਨੈਸ਼ਨਲ ਲੈਵਲ ਤੋਂ ਲੈ ਕੇ ਇੱਕ ਇੰਟਰਨੈਸ਼ਨਲ ਲੈਵਲ ਤੱਕ ਜਿਹੜਾ ਅਸੀਂ ਇੱਕ ਇਸ ਚੀਜ਼ ਨੂੰ ਵਿਕਸਿਤ ਕਰ ਸਕੀਏ, ਭਾਈਚਾਰੇ ਨੂੰ ਜਿਹੜੀ ਵਿਵਸਥਾ ਹੈ ਉਹ ਕਰ ਸਕੀਏ। ਮਾਤ ਭਾਸ਼ਾ ਦੀ ਅਗਰ ਆਪਾਂ ਗੱਲ ਕੀਤੀ ਜਾਵੇ, ਉਹਨਾਂ ਦੀ ਪੁਸਤਕਾਂ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਪੁਸਤਕਾਂ ਪ੍ਰਾਂਤਿਕ ਪੱਧਰ ਤੇ ਹੀ ਲਿਖੀਆਂ ਤੇ ਛਾਪੀਆਂ ਜਾਂਦੀਆਂ ਹਨ। ਜਦੋਂ ਉਹ ਇੱਕ ਪ੍ਰਾਂਤਿਕ ਪੱਧਰ ਤੇ ਛਾਪੀਆਂ ਤੇ ਲਿਖੀਆਂ ਜਾਣ ਲੱਗ ਜਾਣ ਤੇ ਉਹਦਾ ਜਿਹੜਾ ਰਾਸ਼ਟਰੀ ਲੈਵਲ ਤੇ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਉਹਦਾ ਵਿਕਾਸ ਨਹੀਂ ਹੋ ਪਾਉਂਦਾ। ਉਹ ਸਿਰਫ ਇੱਕ ਪ੍ਰਾਂਤ ਦੇ ਵਿਕਾਸ ਤੱਕ, ਇੱਕ ਪ੍ਰਾਂਤੀय ਵਿਕਾਸ ਤੱਕ ਉਹ ਬਣ ਕੇ ਰਹਿ ਜਾਂਦਾ ਹੈ। ਜੇਕਰ ਸਾਨੂੰ ਇੱਕ ਵਿਸ਼ਵ ਭਰ ਵਿੱਚ ਇੱਕ ਪੂਰੇ ਆਪਣੇ ਰਾਸ਼ਟਰ ਵਿੱਚ ਵਿਕਾਸ ਇੱਕ ਭਾਈਚਾਰੇ ਦੀ ਜਿਹੜੀ ਭਾਵਨਾ ਬਣਾ ਕੇ ਰੱਖਣ ਦੀ ਜ਼ਰੂਰਤ ਹੁੰਦੀ ਹੈ, ਤਾਂ ਉਸ ਦੇ ਲਈ ਕੀ ਹੈ, ਸਾਨੂੰ ਜਿਹੜਾ ਪੰਜਾਬੀ ਭਾਸ਼ਾ ਹੈਗੀ ਆ ਜਾਂ ਪੰਜਾਬੀ ਦਾ ਪਾਠ్యਕ੍ਰਮ ਹੈ ਉਹਦਾ ਵੀ ਜਿਹੜਾ ਲੈਵਲ ਆ ਉਸੇ ਹਿਸਾਬ ਤੇ ਕਰਨ ਦੀ ਜ਼ਰੂਰਤ ਹੈ। ਸਥਾਨਕ ਸੰਸਕ੍ਰਿਤੀ ਤੇ ਜਿਹੜੇ ਸਥਾਨਿਕ ਦ੍ਰਿਸ਼ ਹੁੰਦੇ ਨੇ ਮੋਸਟਲੀ ਉਹ ਕੀ ਇੱਕ ਪ੍ਰਾਂਤੀय ਤੌਰ ਤੇ ਜਦੋਂ ਛਾਪੀਆਂ ਜਾਂਦੀਆਂ ਨੇ ਕਿਤਾਬਾਂ ਤਾਂ ਸਿਰਫ ਉਹਨਾਂ ਦਾ ਵਰਣਨ ਉਹਦੇ ਵਿੱਚ ਕੀਤਾ ਜਾਂਦਾ ਹੈ। ਸਾਨੂੰ ਇੱਕ ਪ੍ਰਾਂਤ ਨੂੰ ਮੁੱਖ ਨਾ ਰੱਖਦੇ ਹੋਏ, ਪੂਰੇ ਦੇਸ਼ ਨੂੰ ਮੁੱਖ ਰੱਖਦੇ ਹੋਏ ਜਾਂ ਫਿਰ ਇੱਕ ਪੂਰੇ ਵਿਸ਼ਵ ਭਰ ਲੈਵਲ ਨੂੰ ਦੇਖਦੇ ਹੋਏ ਸਾਨੂੰ ਉਸ ਤਰੀਕੇ ਦੀ ਬੁੱਕਸ ਦੀ ਜਿਹੜੀ ਛਪਾਈ ਹੈ ਉਹ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਤਾਂ ਇਹਦੇ ਵਿੱਚ ਇਹ ਤਾਂ ਸੀਗੇ ਕੁਛ ਇਹਦੀ ਦੋਸ਼ ਦੀ ਗੱਲ, ਇਹਦੀਆਂ ਘਾਟਾਂ ਦੀ ਗੱਲ। ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜੀਆਂ ਘਾਟਾਂ ਨੇ ਉਹਨਾਂ ਦਾ ਜਿਹੜਾ ਨਿਵਾਰਨ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ, ਇਹਨਾਂ ਦੋਸ਼ਾਂ ਦਾ ਜਿਹੜਾ ਨਿਵਾਰਨ ਅਸੀਂ ਉਹ ਕਿਸ ਤਰੀਕੇ ਨਾਲ ਕਰ ਸਕਦੇ ਹਾਂ। ਅੱਗੇ ਆਪਾਂ ਗੱਲ ਕਰਦੇ ਹਾਂ ਦੋਸ਼ਾਂ ਦਾ ਨਿਵਾਰਨ। ਕਿ ਜਿੰਨੇ ਵੀ ਦੋਸ਼ ਪਾਏ ਜਾਂਦੇ ਨੇ ਆਪਣੀ ਜਿਹੜੀ ਪੰਜਾਬੀ ਦਾ ਕਰਿਕੂਲਮ ਹੈ, ਪੰਜਾਬੀ ਦੀਆਂ ਜਿਹੜੀਆਂ ਸਿਲੇਬਸ ਦੀਆਂ ਬੁੱਕਸ ਨੇ ਉਹਨਾਂ ਵਿੱਚ ਜੋ ਵੀ ਦੋਸ਼ ਪਾਏ ਜਾਂਦੇ ਨੇ ਉਹਨਾਂ ਦਾ ਨਿਵਾਰਨ ਕਰਨ ਵਿੱਚ ਅਸੀਂ ਮਤਲਬ ਕਿਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਨਿਵਾਰਨ ਉਹ ਕਰ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਭਾਸ਼ਾ ਨਾਲ ਸੰਬੰਧਿਤ ਸਹਿਗਾਮੀ ਕਿਰਿਆ ਦੀ ਜਿਹੜੀ ਸੰਤੋਖਜਨਕ ਵਿਵਸਥਾ ਹੋਣੀ ਚਾਹੀਦੀ ਹੈ। ਭਾਸ਼ਾ ਨਾਲ ਸੰਬੰਧਿਤ ਸਹਿਗਾਮੀ ਕਿਰਿਆਵਾਂ ਦੀ ਸੰਤੋਖਜਨਕ ਵਿਵਸਥਾ। ਫਸਟ ਪੁਆਇੰਟ ਹੁੰਦਾ ਆਪਣਾ ਭਾਸ਼ਾ ਨਾਲ ਸੰਬੰਧਿਤ ਸਹਿਗਾਮੀ ਕਿਰਿਆਵਾਂ ਦੀ ਵਿਵਸਥਾ। ਜਿਹੜੀਆਂ ਭਾਸ਼ਾ ਸੰਬੰਧੀ ਸਹਿਗਾਮੀ ਕਿਰਿਆਵਾਂ ਨੇ ਉਹਦੇ ਰਿਲੇਟਡ ਜਿਹੜੀਆਂ ਉਹਦੀਆਂ ਹੈਲਪ ਵਾਲੀਆਂ ਕਿਰਿਆਵਾਂ ਨੇ ਉਹਦੀ ਵੀ ਜਿਹੜੀ ਵਿਵਸਥਾ ਹੈ ਉਹ ਚੰਗੇ ਤਰੀਕੇ ਨਾਲ, ਪੂਰਨ ਤਰੀਕੇ ਨਾਲ ਜਿਹੜੀ ਵਿਵਸਥਾ ਹੈ ਉਹ ਕੀਤੀ ਜਾਣੀ ਚਾਹੀਦੀ ਹੈ। ਜਿਹੜੀਆਂ ਦੂਸਰੀਆਂ ਐਕਟੀਵਿਟੀਜ਼ ਨਾਲ ਵੀ ਬੱਚਾ ਆਪਣੀ ਜਿਹੜੀ ਭਾਸ਼ਾ ਦਾ ਗਿਆਨ ਸਿੱਖ ਸਕੇ, ਇੱਕ ਸੰਸਕ੍ਰਿਤੀ ਦਾ, ਇੱਕ ਸੱਭਿਅਤਾ ਦਾ ਜਿਹੜਾ ਉਹਨੂੰ ਗਿਆਨ ਹੈ ਪੂਰਨ ਰੂਪ ਵਿੱਚ ਆ ਸਕੇ। ਤੇ ਜਿਹੜਾ ਕਰਿਕੂਲਮ ਹੈ, ਜਿਹੜਾ ਪਾਠਕ੍ਰਮ ਹੈ ਉਹ ਸਮੇਂ ਦੀ ਮੰਗ ਦੇ ਅਨੁਸਾਰ ਸਿੱਖਿਆ ਦੇ ਉਦੇਸ਼ਾਂ ਦੀ ਪੂਰਤੀ ਕਰ ਸਕੇ। ਅੱਗੇ ਆਪਾਂ ਕਰਦੇ ਹਾਂ ਕਿ ਇਹ ਜਿਹੜਾ ਕਰਿਕੂਲਮ ਉਹ ਬਾਲ ਕੇਂਦਰਿਤ ਹੋਣਾ ਚਾਹੀਦਾ ਹੈ ਜਾਂ ਫਿਰ ਸਾਡਾ ਜਿਹੜਾ ਸਮਾਜ ਕੇਂਦਰਿਤ ਹੋਣਾ ਚਾਹੀਦਾ ਹੈ। ਬਾਲ ਕੇਂਦਰਿਤ ਜਾਂ ਸਮਾਜ ਕੇਂਦਰਿਤ ਹੋਣਾ ਚਾਹੀਦਾ ਹੈ।
ਉਹਦੇ ਵੀ ਕੋਈ ਵੀ ਜਦੋਂ ਪਾਠਕ੍ਰਮ ਦਾ ਨਿਰਮਾਣ ਕਰਦੇ ਹਾਂ, ਜਦੋਂ ਕਰਿਕੂਲਮ ਦਾ ਨਿਰਮਾਣ ਕੀਤਾ ਜਾਂਦਾ ਹੈ ਤਾਂ ਉਹਦੇ ਵਿੱਚ ਜਿਹੜੀ ਵੀ ਕਲਾਸ ਦੇ ਬੱਚਿਆਂ ਲਈ ਅਸੀਂ ਪਾਠਕ੍ਰਮ ਤਿਆਰ ਕਰ ਰਹੇ ਹਾਂ, ਉਸ ਕਲਾਸ ਦੇ ਬੱਚਿਆਂ ਦੀ ਜਿਹੜੀ ਮਾਨਸਿਕ ਪੱਧਰ ਹੈ, ਉਹਨਾਂ ਦੀ ਉਮਰ ਹੈ, ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਖਾਸ ਤੌਰ ਤੇ ਖਿਆਲ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਉਦੇਸ਼ਾਂ ਦੀ ਜਿਹੜੀ ਪ੍ਰਾਪਤੀ ਆ ਉਹ ਚੰਗੇ ਤਰੀਕੇ ਨਾਲ ਹੋ ਸਕੇ। ਜਿਹੜੇ ਵੀ ਉਦੇਸ਼ਾਂ ਦੀ ਪ੍ਰਾਪਤੀ ਕਰਨਾ ਚਾਹੁੰਦੇ ਆਪਾਂ, ਉਹਨਾਂ ਉਦੇਸ਼ਾਂ ਦੀ ਪ੍ਰਾਪਤੀ ਵਿੱਚ ਅਸੀਂ ਸਫਲ ਹੋ ਸਕੀਏ। ਤਾਂ ਇਸ ਕਰਕੇ ਸਾਨੂੰ ਜਿਹੜਾ ਪਾਠਕ੍ਰਮ ਆ ਉਹ ਕਦੇ ਵੀ ਅਧਿਆਪਕ ਕੇਂਦਰਿਤ ਨਹੀਂ ਬਣਾਉਣਾ ਚਾਹੀਦਾ, ਕਿਉਂਕਿ ਅਧਿਆਪਕ ਦੀ ਨੌਲੇਜ ਔਰ ਤੇ ਜਿਹੜੀ ਸਟੂਡੈਂਟਸ ਦੀ ਨੌਲੇਜ ਆ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਡਿਫਰੈਂਸ ਹੁੰਦਾ ਹੈ। ਤਾਂ ਸਾਨੂੰ ਬੱਚੇ ਤੇ ਕੇਂਦਰਿਤ ਤੇ ਸਮਾਜ ਕੇਂਦਰਿਤ ਤਾਂ ਕਰਕੇ ਕਿ ਵਿਦਿਆਰਥੀ ਦੇ ਆਲੇ ਦੁਆਲੇ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦਾ ਜ਼ਿਕਰ ਹੋਵੇ, ਇੱਕ ਪਾਰਟੀਕੂਲਰ ਜਿਹੜੇ ਇੱਕ ਸਮਾਜਿਕ ਵਾਤਾਵਰਣ ਦਾ ਜ਼ਿਕਰ ਹੋਵੇ ਤੇ ਬੱਚੇ ਨੂੰ ਪੜ੍ਹਨ ਵਿੱਚ ਵੀ ਇੰਟਰਸਟ ਰਹਿੰਦਾ ਹੈ ਤੇ ਉਹਨੂੰ ਜਿਹੜੀਆਂ ਚੀਜ਼ਾਂ ਨੇ ਉਹ ਜਲਦੀ ਵੀ ਸਮਝ ਵਿੱਚ ਆ ਜਾਂਦੀਆਂ ਨੇ। ਅੱਗੇ ਆਪਾਂ ਗੱਲ ਕਰਦੇ ਹਾਂ ਮਨੋਵਿਗਿਆਨਿਕ ਤੇ ਵਿਗਿਆਨਿਕ ਹੋਣੇ ਚਾਹੀਦੇ ਨੇ। ਜਿਹੜੇ ਮੂਲਭੂਤ ਆਧਾਰ ਨੇ, ਪਾਠਕ੍ਰਮ ਦੇ ਮੂਲਭੂਤ ਆਧਾਰ ਨੇ ਜਿਹੜੇ ਉਹ ਮਨੋਵਿਗਿਆਨਿਕ ਤੇ ਵਿਗਿਆਨਿਕ ਹੋਣੇ ਚਾਹੀਦੇ ਨੇ। ਪਾਠਕ੍ਰਮ ਦੇ ਮੂਲਭੂਤ ਆਧਾਰ, ਪਾਠਕ੍ਰਮ ਦੇ ਮੂਲਭੂਤ ਆਧਾਰ ਮਨੋਵਿਗਿਆਨਿਕ ਤੇ ਵਿਗਿਆਨਿਕ ਹੋਣੇ ਚਾਹੀਦੇ ਨੇ। ਹੋਣੇ ਚਾਹੀਦੇ ਹਨ। ਜਿਹੜੇ ਵੀ ਆਧਾਰ ਨੇ ਬਣਾਉਂਦੇ ਸਮੇਂ, ਪਾਠਕ੍ਰਮ ਬਣਾਉਂਦੇ ਸਮੇਂ ਅਸੀਂ ਜਿਸ ਬੇਸਿਸ ਦੇ ਆਧਾਰ ਤੇ ਪਾਠਕ੍ਰਮ ਬਣਾਉਣੇ ਚਾਹੀਦੇ ਨੇ ਉਹ ਮਨੋਵਿਗਿਆਨਿਕ ਹੋਣੇ ਚਾਹੀਦੇ ਨੇ। ਵਿਦਿਆਰਥੀਆਂ ਦੀਆਂ ਜਿਹੜੀਆਂ ਮਨੋਵਿਗਿਆਨਿਕ ਲੋੜਾਂ ਨੇ ਜਾਂ ਉਹਨਾਂ ਦਾ ਜਿਹੜਾ ਮਾਨਸਿਕ ਪੱਧਰ ਹੈ ਜਾਂ ਉਹਨਾਂ ਦਾ ਜਿਹੜਾ ਬੌਧਿਕ ਵਿਕਾਸ ਹੈ ਉਹਨਾਂ ਨੂੰ ਮੁੱਖ ਰੱਖਦੇ ਹੋਏ ਬਣਾਉਣਾ ਚਾਹੀਦਾ। ਨਾਲ ਨਾਲ ਜਿਹੜਾ ਵਿਗਿਆਨਿਕ ਹੋਣੇ ਚਾਹੀਦੇ ਨੇ, ਸਾਇੰਟੀਫਿਕਲੀ ਵੀ ਉਹ ਚੀਜ਼ਾਂ ਨੇ ਜਿਹੜੀਆਂ ਉਹ ਵਧੀਆ ਹੋਣੀਆਂ ਚਾਹੀਦੀਆਂ ਨੇ ਤਾਂ ਜੋ ਵਿਦਿਆਰਥੀਆਂ ਨੂੰ ਅਸੀਂ ਉਹਨਾਂ ਦੇ ਮਨੋਵਿਗਿਆਨ ਦੇ ਹਿਸਾਬ ਨਾਲ, ਉਹਨਾਂ ਦੇ ਮਾਨਸਿਕ ਪੱਧਰ ਦੇ ਹਿਸਾਬ ਨਾਲ ਜਿਹੜੀ ਇੱਕ ਵਿਗਿਆਨਕ ਤੌਰ ਤੇ ਵੀ ਜਿਹੜੀ ਜਾਣਕਾਰੀ ਉਹ ਬੱਚੇ ਨੂੰ ਪ੍ਰੋਵਾਈਡ ਕਰ ਸਕੀਏ। ਅੱਗੇ ਆਪਾਂ ਗੱਲ ਕਰਦੇ ਹਾਂ ਵਿਅਕਤੀਗਤ ਭਿੰਨਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਜਿਹੜੀ ਸਭ ਤੋਂ ਮੇਨ ਗੱਲ ਹੈ ਵਿਅਕਤੀਗਤ ਭਿੰਨਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਵਿਅਕਤੀਗਤ ਭਿੰਨਤਾ ਦਾ ਧਿਆਨ। ਦੇਖੋ ਹਰ ਕਲਾਸ ਵਿੱਚ ਹਰ ਤਰੀਕੇ ਦੇ ਤੁਹਾਨੂੰ ਬੱਚੇ ਦੇਖਣ ਨੂੰ ਮਿਲਦੇ ਹਨ। ਕਈ ਬੱਚੇ ਬਹੁਤ ਇੰਟੈਲੀਜੈਂਟ ਹੁੰਦੇ ਹਨ, ਕਈ ਬੱਚੇ ਐਵਰੇਜ ਮਿਲਦੇ ਹਨ ਤੇ ਔਰ ਕਈ ਬੱਚੇ ਜਿਹੜੇ ਆਪਾਂ ਕਹਿ ਦਈਏ ਕਿ ਕਮਜ਼ੋਰ ਬੱਚੇ ਹੁੰਦੇ ਨੇ। ਤਾਂ ਸਾਨੂੰ ਹਰ ਇੱਕ ਬੱਚੇ ਦਾ ਧਿਆਨ ਰੱਖ ਕੇ ਸਿਲੇਬਸ ਸੌਖਾ, ਮਾਧਿਅਮ ਤੇ ਔਖਾ ਤਿੰਨੇ ਟਾਈਪ ਦੇ ਜਿਹੜੇ ਉਹਦੇ ਵਿੱਚ ਹੋਣੇ ਚਾਹੀਦੇ ਨੇ ਪਾਠਕ੍ਰਮ 'ਚ। ਕੁਛ ਜਿਹੜੇ ਪੁਆਇੰਟਸ ਨੇ ਉਹਦੇ ਸੌਖੇ ਹੋਣੇ ਚਾਹੀਦੇ ਨੇ ਤਾਂ ਜੋ ਹਰ ਵਿਦਿਆਰਥੀ ਨੂੰ ਸਮਝ ਵਿੱਚ ਆ ਸਕਣ, ਕੁਛ ਐਵਰੇਜ ਹੋਣੇ ਚਾਹੀਦੇ ਨੇ ਔਰ ਕੁਛ ਜਿਹੜਾ ਉਹਦੇ ਵਿੱਚ ਕੁਐਸਚਨ ਜਾਂ ਆਪਾਂ ਕਹਿ ਲਈਏ ਕਿ ਔਖੇ ਹੋਣੇ ਚਾਹੀਦੇ ਨੇ ਤਾਂ ਜੋ ਜਿਹੜੇ ਜ਼ਿਆਦਾ ਇੰਟੈਲੀਜੈਂਟ ਵਿਦਿਆਰਥੀ ਨੇ ਉਹਨਾਂ ਦਾ ਵੀ ਪੜ੍ਹਨ ਵਿੱਚ ਇੰਟਰਸਟ ਬਣਿਆ ਰਹੇ। ਹਰ ਵਿਦਿਆਰਥੀ ਦੀਆਂ ਜਿਹੜੀਆਂ ਭਿੰਨਤਾਵਾਂ ਨੇ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਨੂੰ ਜਿਹੜਾ ਕਰਿਕੂਲਮ ਦਾ ਨਿਰਮਾਣ ਹੈ ਜਾਂ ਪਾਠਕ੍ਰਮ ਦਾ ਜਿਹੜਾ ਨਿਰਮਾਣ ਉਹ ਕਰਨਾ ਚਾਹੀਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਭਾਸ਼ਾ ਦੇ ਸਾਰੇ ਅੰਗਾਂ ਨੂੰ ਬਰਾਬਰ ਦਰਜਾ ਦੇਣਾ ਚਾਹੀਦਾ ਹੈ। ਭਾਸ਼ਾ ਦੇ ਸਾਰੇ ਅੰਗਾਂ ਨੂੰ ਬਰਾਬਰ ਦਰਜਾ ਦੇਣਾ ਚਾਹੀਦਾ ਹੈ। मतलब कि जिवें आपां पहलां गल कीती सी इहदे दोष विच कि इहदे विच की आ कि जिहड़ी लिखत प्रीखिया उहदे आधार ते बच्चे दी जिहड़ी सफलता वो निर्भर करदी है। इहदे विच जिहड़ी मौखिक प्रगटाव कौशल है उहदे वल ध्यान नहीं दिता जाना चाहिए। तो इहदा दोष का निवारण करना चाहिए सारे अंगां नूं बराबर दर्जा दे के। अगर असीं भाषा के कौशल ने चारे कौशल नूं सानूं तरजीह देनी चाहिए है, हर एक कौशल उत्ते सानूं जोर देना चाहिए है। कौशल के नाल सानू जिहड़े भाषा के व्याकरण तौर पर भी व्याकरण की सानू जानकारी देनी चाहिए है। एक जिहड़ा इहदे विच घाट सीगी साहित्यिक ते सांस्कृतिक जिहड़ी गतिविधियां की घाट सी वो भी जिहड़ी गतिविधियां है पाठक्रम विच उन्हां दा भी विशेष रूप विच जिहड़ा ध्यान रखना बहुत ज़्यादा जरूरी है। फिर अगे गल करते आपां जीवन के मुल्लां ते उद्देशां की प्राप्ति विच सहायक होना चाहिए है। जीवन के मुल्लां ते उद्देशां की प्राप्ति विच जीवन के मुल्लां ते
ਉਦੇਸ਼ਾਂ ਦੀ ਪ੍ਰਾਪਤੀ ਵਿੱਚ ਸਹਾਇਕ। ਪ੍ਰਾਪਤੀ ਵਿੱਚ ਸਹਾਇਕ ਹੋਣਾ ਚਾਹੀਦਾ ਹੈ ਕਿ ਪਾਠਕ੍ਰਮ ਹੈ ਹਰ ਇੱਕ ਪਰਸਨ ਦੇ, ਹਰ ਇੱਕ ਵਿਦਿਆਰਥੀ ਦੇ ਜੀਵਨ ਦੇ ਜੋ ਮੁੱਲ ਨੇ ਤੇ ਜੋ ਜਿਹੜੇ ਉਦੇਸ਼ ਹੁੰਦੇ ਨੇ ਉਹਨਾਂ ਦੀ ਜਿਹੜੀ ਪ੍ਰਾਪਤੀ ਵਿੱਚ ਵੀ ਸਹਾਇਕ ਹੋਣਾ ਚਾਹੀਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਪਾਠਕ੍ਰਮ ਪੂਰਨ ਰੂਪ ਵਿੱਚ ਵਿਸਤ੍ਰਿਤ, ਵਿਆਪਕ ਤੇ ਸਪਸ਼ਟ ਹੋਣਾ ਚਾਹੀਦਾ ਹੈ। ਵਿਸਤ੍ਰਿਤ, ਪੂਰਨ ਤੇ ਵਿਆਪਕ ਹੋਣਾ ਚਾਹੀਦਾ ਹੈ। ਵਿਦਿਆਰਥੀ ਨੂੰ ਅਸੀਂ ਜੋ ਵੀ ਪਾਠ्यक्रम ਦੇਣਾ ਹੈ ਉਹ ਪੂਰਨ ਸਪਸ਼ਟ ਹੋਣਾ ਚਾਹੀਦਾ। ਪੂਰਨ ਨਹੀਂ, ਵਿਸਤ੍ਰਿਤ ਆ ਗਿਆ ਆਪਣਾ, ਸਪਸ਼ਟ ਹੋਣਾ ਚਾਹੀਦਾ ਹੈ। ਉਹਦੇ ਵਿੱਚ ਜੋ ਵੀ ਉਦੇਸ਼ ਨੇ, ਜਿਨ੍ਹਾਂ ਉਦੇਸ਼ਾਂ ਦੀ ਅਸੀਂ ਪ੍ਰਾਪਤੀ ਕਰਨ ਵਾਸਤੇ ਜੋ ਕਰਿਕੂਲਮ ਬਣਾਇਆ ਹੈ, ਜੋ ਪਾਠ्यक्रम ਬਣਾਇਆ ਹੈ, ਉਹ ਪੂਰਨ ਤੌਰ ਤੇ ਜਿਹੜਾ ਉਹ ਸਪਸ਼ਟ ਹੋਣਾ ਚਾਹੀਦਾ ਤਾਂ ਕਿ ਸਾਨੂੰ ਜਿਹੜੇ ਉਦੇਸ਼ ਪ੍ਰਾਪਤ ਕਰਦੇ ਉਹਦੇ ਬਾਰੇ ਸਾਨੂੰ ਪਤਾ ਲੱਗ ਸਕੇ ਕਿਹੜੇ ਉਦੇਸ਼ ਪ੍ਰਾਪਤ ਕਰਨੇ ਨੇ। ਵਿਆਪਕ ਹੋਣਾ ਚਾਹੀਦਾ, ਵਿਸਤ੍ਰਿਤ ਹੋਣਾ ਚਾਹੀਦਾ ਕਿ ਉਹਦੇ ਵਿੱਚ ਕੋਈ ਵੀ ਜਿਹੜਾ, ਜਿਵੇਂ ਭਾਸ਼ਾ ਦੇ ਅੰਗਾਂ ਦੀ ਗੱਲ ਕੀਤੀ ਜਾਂ ਜੀਵਨ ਦੇ ਮੁੱਲਾਂ ਅਤੇ ਉਦੇਸ਼ਾਂ ਦੀ ਗੱਲ ਕੀਤੀ ਜਾਂ ਵਿਅਕਤੀਗਤ ਭਿੰਨਤਾ ਦੀ ਗੱਲ ਕੀਤੀ, ਤਾਂ ਹਰ ਇੱਕ ਚੀਜ਼ ਜਿਹੜੀ ਉਹਦੇ ਵਿੱਚ ਪੂਰੀ ਹੋਣੀ ਚਾਹੀਦੀ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਮੌਖਿਕ ਪ੍ਰੀਖਿਆ ਨੂੰ ਬੱਚੇ ਦੇ ਮੁਲਾਂਕਣ ਲਈ ਦੇ ਸਾਧਨ ਵਜੋਂ ਵੀ ਵਰਤਿਆ ਜਾ ਸਕਦਾ ਹੈ, ਜਿਹਦੀ ਸਹਾਇਤਾ ਨਾਲ ਕਿ ਅਸੀਂ ਭਾਸ਼ਾ ਦੇ ਹਰ ਅੰਗ ਨੂੰ ਬਰਾਬਰ ਦਾ ਦਰਜਾ ਦੇ ਸਕਦੇ ਹਾਂ। ਅੱਗੇ ਹੈਗਾ ਕਿ ਅਨੁਭਵੀ ਅਧਿਆਪਕਾਂ ਦੁਆਰਾ ਇਹਦਾ ਜਿਹੜਾ ਨਿਰਮਾਣ ਹੈ ਉਹ ਕੀਤਾ ਜਾਣਾ ਚਾਹੀਦਾ ਹੈ। ਯੋਗ ਤੇ ਅਨੁਭਵੀ ਅਧਿਆਪਕਾਂ ਦੁਆਰਾ ਪਾਠਕ੍ਰਮ ਦਾ ਨਿਰਮਾਣ ਯੋਗ ਅਤੇ ਅਨੁਭਵੀ ਅਧਿਆਪਕਾਂ ਵੱਲੋਂ ਕੀਤਾ ਜਾਣਾ ਚਾਹੀਦਾ ਹੈ। ਤਾਂ ਕਿ ਉਹਨਾਂ ਨੂੰ ਜਿਹੜਾ ਸਾਡੇ ਸਮੇਂ ਦੀ ਮੰਗ ਦੇ ਅਨੁਸਾਰ ਪਤਾ ਹੁੰਦਾ ਕਿ ਸਾਡੇ ਜਿਹੜੇ ਸਮੇਂ ਦੀ ਮੰਗ ਆ ਉਹਦੇ ਅਨੁਸਾਰ ਉਹ ਪਾਠ्यक्रम ਨੂੰ ਤਿਆਰ ਕਰ ਸਕਣ, ਭਾਸ਼ਾ ਦੇ ਅੰਗਾਂ ਨੂੰ ਧਿਆਨ ਵਿੱਚ ਰੱਖ ਸਕਣ, ਬਾਲ ਕੇਂਦਰਿਤ ਹੋਵੇ, ਜਿਹੜੀਆਂ ਭਾਸ਼ਾ ਸਹਿਗਾਮੀ ਕਿਰਿਆ ਹੋਣ ਜਾਂ ਫਿਰ ਮਨੋਵਿਗਿਆਨਿਕ ਤੇ ਵਿਗਿਆਨਿਕ ਜਿਹੜੇ ਆਧਾਰ ਹੋਣੇ ਚਾਹੀਦੇ ਨੇ, ਉਹਨਾਂ ਦੀ ਜਿਹੜੀ ਪੂਰਤੀ ਉਹ ਚੰਗੇ ਤਰੀਕੇ ਨਾਲ ਹੋ ਸਕੇ। ਤੇ ਅੱਜ ਦਾ ਜਿਹੜਾ ਆਪਣਾ ਟੌਪਿਕ ਸੀ ਇਹ ਕ੍ਰਿਟੀਕਲ ਅਪਰੇਜ਼ਲ ਆਪਣੇ ਕਰਿਕੂਲਮ ਨੂੰ ਲੈ ਕੇ ਐਟ ਸੈਕੰਡਰੀ ਲੈਵਲ ਤੇ ਉਹਦਾ ਆਪਣਾ ਇੱਥੇ ਕੰਪਲੀਟ ਹੋ ਰਿਹਾ ਹੈ ਆਪਣਾ ਜਿਹੜਾ ਟੌਪਿਕ ਸੀਗਾ। ਤਾਂ ਆਪਾਂ ਕਰਿਕੂਲਮ ਦੇ ਮੀਨਿੰਗ ਬਾਰੇ ਪੜ੍ਹਿਆ, ਕੱਲ੍ਹ ਦੇ ਲੈਕਚਰਾਂ 'ਚ ਉਹਦੀ ਨੀਡ ਤੇ ਇੰਪੋਰਟੈਂਸ ਬਾਰੇ ਪੜ੍ਹਿਆ, ਆਪਾਂ ਉਹਦੇ ਪ੍ਰਿੰਸੀਪਲ ਬਾਰੇ ਪੜ੍ਹਿਆ ਕਿ ਕੰਸਟਰਕਸ਼ਨ 'ਚ ਜਿਹੜਾ ਪ੍ਰਿੰਸੀਪਲ ਨੇ ਉਹ ਕਿਹੜੇ ਹੋਣੇ ਚਾਹੀਦੇ ਨੇ। ਤਾਂ ਅੱਜ ਆਪਾਂ ਇਹਦੇ ਕ੍ਰਿਟੀਕਲ ਅਪਰੇਜ਼ਲ ਆਫ ਪੰਜਾਬੀ ਕਰਿਕੂਲਮ ਬਾਰੇ ਗੱਲ ਕੀਤੀ ਕਿ ਅਸੀਂ ਇਹਦੀ ਕ੍ਰਿਟੀਕਲ ਜਿਹੜੀ ਸਟੱਡੀ ਉਹ ਕਿਵੇਂ ਕਰ ਸਕਦੇ ਹਾਂ, ਕਿਹੜੇ ਜਿਹੜੇ ਇਹਦੇ ਵਿੱਚ ਦੋਸ਼ ਪਾਏ ਜਾਂਦੇ ਨੇ ਔਰ ਕਿਵੇਂ ਇਹਨਾਂ ਦੋਸ਼ਾਂ ਦਾ ਜਿਹੜਾ ਨਿਵਾਰਣ ਹੈ ਉਹ ਕੀਤਾ ਜਾਂਦਾ ਹੈ। ਤਾਂ ਅੱਜ ਦਾ ਜਿਹੜਾ ਇਹ ਲੈਕਚਰ ਆਪਣਾ ਇੱਥੇ ਹੀ ਕੰਪਲੀਟ ਹੋ ਰਿਹਾ ਗਾ ਤੇ ਆਪਾਂ ਨੈਕਸਟ ਲੈਕਚਰ ਵਿੱਚ ਆਪਾਂ ਇੱਕ ਨਵਾਂ ਟੌਪਿਕ ਲੈ ਕੇ ਉਹਦੇ ਉੱਪਰ ਵਿਚਾਰ ਕਰਾਂਗੇ। ਤਾਂ ਅੱਜ ਲਈ ਆਪਣਾ ਇੰਨਾ ਹੀ, ਧੰਨਵਾਦ।